ਓਮ ਸ਼ਾਂਤੀ। ਅੱਜ ਬਾਬਾ ਦੇ 18/11/2020 ਦੇ ਮਹਾਵਚਨ ਬਾਬਾ ਨੇ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਹੁਣ ਤੁਸੀਂ ਸੱਤ ਬਾਪ ਦੁਆਰਾ ਸੱਤ ਦੇਵਤਾ ਬਣ ਰਹੇ ਹੋ। ਇਸ ਲਈ ਸਤਯੁਗ ਵਿੱਚ ਸਤਸੰਗ ਕਰਨ ਦੀ ਜ਼ਰੂਰਤ ਨਹੀਂ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਸਤਯੁਗ ਵਿੱਚ ਦੇਵਤਿਆਂ ਤੋਂ ਕੋਈ ਵੀ ਵਿਕਰਮ ਨਹੀਂ ਹੋ ਸਕਦਾ, ਕਿਉਂ? ਉੱਤਰ ਵਿੱਚ ਬਾਬਾ ਨੇ ਕਿਹਾ, ਕਿਉਂਕਿ ਉਹਨਾਂ ਨੂੰ ਸੱਤ ਬਾਪ ਦਾ ਵਰਦਾਨ ਮਿਲਿਆ ਹੋਇਆ ਹੈ। ਵਿਕਰਮ ਉਦੋਂ ਹੁੰਦਾ ਹੈ ਜਦੋਂ ਰਾਵਣ ਦਾ ਸ਼ਰਾਪ ਮਿਲਣ ਲੱਗਦਾ ਹੈ। ਸਤਯੁਗ ਤ੍ਰੇਤਾ ਹੈ ਹੀ ਸਦਗਤੀ। ਉਸ ਸਮੇਂ ਦੁਰਗਤੀ ਦਾ ਨਾਮ ਨਹੀਂ, ਵਿਕਾਰ ਹੀ ਨਹੀਂ ਜੋ ਵਿਕਰਮ ਹੋਣ। ਦੁਆਪਰ ਕਲਯੁਗ ਵਿੱਚ ਸਾਰਿਆਂ ਦੀ ਦੁਰਗਤੀ ਹੋ ਜਾਂਦੀ ਹੈ, ਇਸ ਲਈ ਵਿਕਰਮ ਹੁੰਦੇ ਰਹਿੰਦੇ ਹਨ। ਤਾਂ ਇਹ ਵੀ ਸਮਝਣ ਦੀਆਂ ਗੱਲਾਂ ਹਨ। ਓਮ ਸ਼ਾਂਤੀ। ਮਿੱਠੇ ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਬੈਠ ਸਮਝਾਉਂਦੇ ਹਨ। ਇਹ ਸੁਪਰੀਮ ਬਾਪ ਵੀ ਹੈ, ਸੁਪਰੀਮ ਟੀਚਰ ਵੀ ਹੈ, ਸੁਪਰੀਮ ਸਤਿਗੁਰੂ ਵੀ ਹੈ। ਬਾਪ ਦੀ ਇਹੋ ਜਿਹੀ ਮਹਿਮਾ ਦੱਸਣ ਨਾਲ ਆਟੋਮੈਟਿਕਲੀ ਮਨ ਆਪਣੇ ਆਪ ਹੀ ਸਿੱਧ ਹੋ ਜਾਂਦਾ ਹੈ ਕਿ ਕ੍ਰਿਸ਼ਨ ਕਿਸੇ ਦਾ ਬਾਪ ਹੋ ਨਹੀਂ ਸਕਦਾ। ਉਹ ਤਾਂ ਛੋਟਾ ਬੱਚਾ ਸਤਯੁਗ ਦਾ ਪ੍ਰਿੰਸ ਹੈ। ਉਹ ਟੀਚਰ ਵੀ ਨਹੀਂ ਹੋ ਸਕਦਾ। ਖੁਦ ਹੀ ਬੈਠ ਕਰ ਟੀਚਰ ਤੋਂ ਪੜ੍ਹਦੇ ਹਨ। ਗੁਰੂ ਤਾਂ ਉੱਥੇ ਹੁੰਦਾ ਹੀ ਨਹੀਂ, ਕਿਉਂਕਿ ਉੱਥੇ ਸਾਰੇ ਸਦਗਤੀ ਵਿੱਚ ਹਨ। ਉੱਥੇ ਮਨ ਸਤਯੁਗ ਦੇ ਵਿੱਚ ਸਾਰੇ ਸਦਗਤੀ ਦੇ ਵਿੱਚ ਹਨ। ਰਾਜ ਵਿਦਿਆ ਹੁੰਦੀ ਹੈ, ਲੇਕਿਨ ਗੁਰੂ ਦੀ ਜ਼ਰੂਰਤ ਨਹੀਂ। ਅੱਧਾ ਕਲਪ ਹੈ ਸਦਗਤੀ, ਅੱਧਾ ਕਲਪ ਹੈ ਦੁਰਗਤੀ। ਉੱਥੇ ਹੈ ਹੀ ਸਾਰੇ ਸਦਗਤੀ ਵਿੱਚ, ਇਸ ਲਈ ਗਿਆਨ ਦੀ ਉੱਥੇ ਜ਼ਰੂਰਤ ਨਹੀਂ ਹੈ। ਨਾਮ ਹੀ ਨਹੀਂ, ਕਿਉਂਕਿ 21 ਜਨਮਾਂ ਦੇ ਲਈ ਗਿਆਨ ਨਾਲ ਸਦਗਤੀ ਮਿਲਦੀ ਹੈ। ਫਿਰ ਦੁਆਪਰ ਤੋਂ ਕਲਯੁਗ ਅੰਤ ਤੱਕ ਹੈ ਦੁਰਗਤੀ। ਤਾਂ ਕ੍ਰਿਸ਼ਨ ਫਿਰ ਦੁਆਪਰ ਵਿੱਚ ਕਿਵੇਂ ਆ ਸਕਦਾ ਹੈ? ਇਹ ਵੀ ਕਿਸ ਨੂੰ ਧਿਆਨ ਵਿੱਚ ਨਹੀਂ ਆਉਂਦਾ ਹੈ। ਇੱਕ ਇੱਕ ਗੱਲ ਬਹੁਤ ਹੀ ਗਹਿਰਾ ਰਾਜ ਇੱਕ ਗੱਲ ਵਿੱਚ ਭਰਿਆ ਹੋਇਆ ਹੈ, ਜੋ ਸਮਝਾਉਣਾ ਬਹੁਤ ਜ਼ਰੂਰੀ ਹੈ। ਉਹ ਸੁਪਰੀਮ ਬਾਪ, ਸੁਪਰੀਮ ਟੀਚਰ, ਅੰਗਰੇਜ਼ੀ ਵਿੱਚ ਸੁਪਰੀਮ ਕਿਹਾ ਜਾਂਦਾ ਹੈ ਨਾ। ਅੰਗਰੇਜ਼ੀ ਅਕਸ਼ਰ ਵੀ ਬਹੁਤ ਅੱਛੇ ਹਨ। ਜਿਵੇਂ ਡਰਾਮਾ ਅੱਖਰ ਹੈ, ਤਾਂ ਡਰਾਮਾ ਨੂੰ ਨਾਟਕ ਨਹੀਂ ਕਹਾਂਗੇ। ਨਾਟਕ ਵਿੱਚ ਤਾਂ ਅਦਲੀ ਬਦਲੀ ਹੁੰਦੀ ਹੈ। ਪਤਾ ਹੀ ਨਹੀਂ, ਬਾਬਾ ਕਹਿੰਦੇ ਇਹ ਸ੍ਰਿਸ਼ਟੀ ਚੱਕਰ ਫਿਰਦਾ ਹੈ ਨਾ। ਐਦਾਂ ਕਹਿੰਦੇ ਵੀ ਹਨ, ਪਰੰਤੂ ਕਿਵੇਂ ਫਿਰਦਾ ਹੈ? ਹੂਬਹੂ ਫਿਰਦਾ ਹੈ ਜਾਂ ਚੇਂਜ ਹੁੰਦੀ ਹੈ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਕਹਿੰਦੇ ਵੀ ਹਨ, ਗਾਇਨ ਵੀ ਆਪਾਂ ਕਰਦੇ ਹਾਂ ਕਿ ਬਣੀ ਬਣਾਈ ਬਣ ਰਹੀ। ਤਾਂ ਜ਼ਰੂਰ ਕੋਈ ਖੇਲ ਹੈ ਜੋ ਫਿਰ ਤੋਂ ਚੱਕਰ ਖਾਂਦਾ ਰਹਿੰਦਾ ਹੈ। ਇਸ ਚੱਕਰ ਵਿੱਚ ਮਨੁੱਖਾਂ ਨੂੰ ਹੀ ਚੱਕਰ ਲਗਾਉਣਾ ਪੈਂਦਾ ਹੈ, ਮਨਾ ਆਤਮਾਵਾਂ ਨੂੰ। ਅੱਛਾ, ਇਸ ਚੱਕਰ ਦੀ ਉਮਰ ਕਿੰਨੀ ਹੈ? ਕਿਵੇਂ ਰਿਪੀਟ ਹੁੰਦਾ ਹੈ? ਇਸ ਨੂੰ ਫਿਰਨ ਨਾਲ ਬਾਬਾ ਕਹਿੰਦੇ ਕਿੰਨਾ ਸਮੇਂ ਲੱਗਦਾ ਹੈ, ਇਹ ਕੋਈ ਵੀ ਨਹੀਂ ਜਾਣਦੇ। ਇਸਲਾਮੀ, ਬੌਧੀ ਆਦਿ ਸਭ ਹਨ ਇੱਕ ਰਾਣੀ, ਜਿਨ੍ਹਾਂ ਦਾ ਡਰਾਮਾ ਵਿੱਚ ਪਾਰਟ ਹੈ। ਤੁਹਾਡੀ ਬ੍ਰਾਹਮਣਾਂ ਦੀ ਰਾਜਾ ਹੀ ਨਹੀਂ ਹੈ, ਇਹ ਹੈ ਬ੍ਰਾਹਮਣ ਕੁਲ। ਸਰਵੋਤਮ ਬ੍ਰਾਹਮਣ ਕੁਲ ਕਿਹਾ ਜਾਂਦਾ ਹੈ। ਦੇਵੀ ਦੇਵਤਿਆਂ ਦਾ ਵੀ ਕੁਲ ਹੈ ਨਾ। ਇਹ ਤਾਂ ਸਮਝਾਉਣਾ ਬਹੁਤ ਸਹਿਜ ਹੈ। ਸੂਖਸ਼ਮ ਵਤਨ ਵਿੱਚ ਫਰਿਸ਼ਤੇ ਰਹਿੰਦੇ ਹਨ, ਉੱਥੇ ਹੱਡੀ ਮਾਸ ਨਹੀਂ ਹੁੰਦਾ। ਦੇਵਤਿਆਂ ਨੂੰ ਤਾਂ ਹੱਡੀ ਮਾਸ ਹੈ ਨਾ। ਬਾਬਾ ਕਹਿੰਦੇ ਉਹਨਾਂ ਦੇ ਤਾਂ ਸਾਕਾਰ ਸਥੂਲ ਸਰੀਰ ਹਨ, ਦੇਵਤਾ ਦੇ ਤਾਂ ਹੱਡੀ ਮਾਸ ਹੈ। ਤਾਂ ਸੂਖਸ਼ਮ ਸਰੀਰ ਦੇ ਵਿੱਚ ਕੋਈ ਹੱਡੀ ਮਾਸ ਨਹੀਂ ਹੁੰਦਾ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਵਿਸ਼ਨੂੰ ਦੀ ਨਾਭੀ ਕਮਲ ਤੋਂ ਬ੍ਰਹਮਾ ਨੂੰ ਕਿਉਂ ਦਿਖਾਇਆ ਹੈ? ਸੂਖਸ਼ਮ ਵਤਨ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ।
ਨਾ ਹੀ ਕੋਈ ਜਵਾਹਰਾਤ ਆਦਿ ਹੋ ਸਕਦੇ ਆ, ਕੋਈ ਗਹਿਣੇ ਆਦਿ ਨਹੀਂ ਪਹਿਨੇ ਹੁੰਦੇ। ਇਸ ਲਈ ਬ੍ਰਹਮਾ ਨੂੰ ਸਫੇਦ ਪੋਸ਼ਧਾਰੀ ਬ੍ਰਾਹਮਣ ਦਿਖਾਇਆ ਹੈ। ਬ੍ਰਹਮਾ ਸਧਾਰਨ ਮਨੁੱਖ ਬਹੁਤ ਜਨਮਾਂ ਦੇ ਅੰਤ ਵਿੱਚ ਗਰੀਬ ਹੋਇਆ ਨਾ, ਇਸ ਸਮੇਂ ਹੈ ਹੀ ਖਾਦੀ ਦੇ ਕੱਪੜੇ। ਇਹ ਵਿਚਾਰੇ ਸਮਝਦੇ ਨਹੀਂ ਕਿ ਸੂਖਸ਼ਮ ਸਰੀਰ ਕੀ ਹੈ। ਤੁਹਾਨੂੰ ਬਾਬਾ ਸਮਝਾਉਂਦੇ ਹਨ ਕਿ ਉੱਥੇ ਹੈ ਹੀ ਫਰਿਸ਼ਤੇ, ਜਿਸ ਨੂੰ ਹੱਡੀ ਮਾਸ ਹੁੰਦਾ ਹੀ ਨਹੀਂ। ਸੂਖਸ਼ਮ ਵਤਨ ਵਿੱਚ ਤਾਂ ਸ਼ਿੰਗਾਰ ਆਦਿ ਵੀ ਨਹੀਂ ਹੋਣਾ ਚਾਹੀਦਾ, ਪਰੰਤੂ ਚਿੱਤਰ ਵਿੱਚ ਦਿਖਾਇਆ ਹੈ ਤਾਂ ਬਾਬਾ ਉਸ ਦਾ ਹੀ ਸਾਖਸ਼ਾਤਕਾਰ ਕਰਾਉਂਦੇ ਹਨ, ਅਰਥ ਸਮਝਾਉਂਦੇ ਹਨ। ਜਿਵੇਂ ਹਨੂਮਾਨ ਦਾ ਸਾਖਸ਼ਾਤਕਾਰ ਕਰਾਉਂਦੇ ਹਨ। ਹੁਣ ਕੋਈ ਸੱਚਮੁੱਚ ਦੇ ਵਿੱਚ ਤਾਂ ਕੋਈ ਹਨੂਮਾਨ ਨਹੀਂ ਖੜਾ ਹੁੰਦਾ ਨਾ, ਤਾਂ ਬਾਬਾ ਕਹਿ ਰਹੇ ਸਾਖਸ਼ਾਤਕਾਰ ਦੀ ਗੱਲ ਹੈ। ਹੁਣ ਹਨੂਮਾਨ ਜਿਵੇਂ ਕੋਈ ਮਨੁੱਖ ਤਾਂ ਹੁੰਦਾ ਨਹੀਂ। ਬਾਬਾ ਕਹਿ ਰਹੇ ਭਗਤੀ ਮਾਰਗ ਵਿੱਚ ਅਨੇਕ ਪ੍ਰਕਾਰ ਦੇ ਚਿੱਤਰ ਬਣਾਏ ਹਨ। ਜਿਸ ਦਾ ਵਿਸ਼ਵਾਸ ਬੈਠ ਗਿਆ, ਉਹਨਾਂ ਨੂੰ ਐਦਾਂ ਕੁਝ ਬੋਲੋ ਤਾਂ ਵਿਗੜ ਜਾਣਗੇ। ਬਾਬਾ ਕਹਿੰਦੇ ਕਿਉਂਕਿ ਗਿਆਨ ਦੀ ਸਮਝ ਨਹੀਂ ਹੈ ਨਾ, ਤਾਂ ਕੁਝ ਵੀ ਅੱਛਾ ਕਹੋ, ਸੱਚਾਈ ਦੱਸੋ ਤਾਂ ਉਹ ਵਿਗੜ ਜਾਣਗੇ। ਦੇਵੀਆਂ ਦੀ ਕਿੰਨੀ ਪੂਜਾ ਕਰਦੇ ਹਨ, ਫਿਰ ਉਹਨਾਂ ਨੂੰ ਡੁਬੋ ਦਿੰਦੇ ਹਨ। ਤਾਂ ਇਹ ਸਾਰਾ ਭਗਤੀ ਮਾਰਗ ਹੈ। ਭਗਤੀ ਮਾਰਗ ਦੇ ਦਲਦਲ ਵਿੱਚ ਗਲੇ ਤੱਕ ਵੀ ਡੁੱਬੇ ਹੋਏ ਹਨ। ਫਿਰ ਵੀ ਕੱਢਣਾ ਕਿਵੇਂ ਹੈ ਤਾਂ ਕਿਵੇਂ ਕੱਢ ਸਕੋਗੇ? ਕੱਢਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਕੋਈ ਤਾਂ ਹੋਰਾਂ ਨੂੰ ਵੀ ਕੱਢਣ ਦੇ ਨਿਮਿੱਤ ਬਣ, ਪਰੰਤੂ ਖੁਦ ਹੀ ਡੁੱਬ ਜਾਂਦੇ ਹਨ। ਦੂਜਿਆਂ ਨੂੰ ਕੱਢਣ ਲੱਗਦੇ ਹਨ, ਆਪਣੇ 'ਚ ਸ਼ਕਤੀ ਨਹੀਂ ਹੁੰਦੀ, ਦੂਸਰਿਆਂ ਦੀਆਂ ਗੱਲਾਂ ਦਾ ਅਸਰ ਹੋ ਜਾਂਦਾ ਹੈ ਤਾਂ ਖੁਦ ਵੀ ਡੁੱਬ ਜਾਂਦੇ ਹਨ। ਖੁਦ ਗਲੇ ਤੱਕ ਡੁੱਬਣ ਤੱਕ ਫਸਦੇ, ਅਰਥਾਤ ਕਾਮ ਵਿਕਾਰ ਵਿੱਚ ਡਿੱਗ ਪੈਂਦੇ ਹਨ। ਤਾਂ ਇਹ ਸਭ ਤੋਂ ਵੱਡੀ ਦਲਦਲ ਹੈ। ਸਤਯੁਗ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ। ਹੁਣ ਤੁਸੀਂ ਸਤ ਬਾਪ ਦੁਆਰਾ ਸਤ ਦੇਵਤਾ ਬਣ ਰਹੇ ਹੋ। ਬਾਬਾ ਆ ਕੇ ਕਰਮ ਅਕਰਮ ਦਾ ਰਾਜ ਸਮਝਾਉਂਦੇ ਹਨ। ਕਰਮ ਤਾਂ ਮਨੁੱਖ ਹੀ ਕਰਦੇ ਹਨ, ਫਿਰ ਕੋਈ ਕਰਮ ਅਕਰਮ ਹੁੰਦੇ ਹਨ, ਕੋਈ ਵਿਕਰਮ ਹੁੰਦੇ ਹਨ। ਰਾਵਣ ਰਾਜ ਵਿੱਚ ਸਾਰੇ ਕਰਮ ਵਿਕਰਮ ਹੋ ਜਾਂਦੇ ਹਨ। ਸਤਯੁਗ ਵਿੱਚ ਵਿਕਰਮ ਹੁੰਦਾ ਨਹੀਂ, ਕਿਉਂਕਿ ਉੱਥੇ ਹੈ ਹੀ ਰਾਮ ਰਾਜ। ਬਾਬਾ ਤੋਂ ਵਰਦਾਨ ਪਾਏ ਹੋਏ ਹਨ। ਰਾਵਣ ਦਿੰਦੇ ਹਨ ਸ਼ਰਾਪ। ਰਾਵਣ ਸ਼ਰਾਪ ਦਿੰਦਾ ਹੈ। ਇਹ ਸੁੱਖ ਅਤੇ ਦੁੱਖ ਦਾ ਖੇਲ ਹੈ ਨਾ। ਦੁੱਖ ਵਿੱਚ ਸਾਰੇ ਬਾਪ ਨੂੰ ਯਾਦ ਕਰਦੇ ਹਨ, ਸੁੱਖ ਵਿੱਚ ਕੋਈ ਵੀ ਨਹੀਂ ਕਰਦਾ। ਉੱਥੇ ਵਿਕਾਰ ਹੁੰਦੇ ਹੀ ਨਹੀਂ। ਸਤਯੁਗ ਵਿੱਚ ਬੱਚਿਆਂ ਨੂੰ ਸਮਝਾਇਆ ਹੈ ਕਿ ਕਲਮ ਲਗਾਉਂਦੇ ਹਨ, ਤਾਂ ਇਹ ਕਲਮ ਲਗਾਉਣ ਦੀ ਰਸਮ ਵੀ ਹੁਣ ਪਈ ਹੈ। ਬਾਬਾ ਨੇ ਕਲਮ ਲਗਾਉਣਾ ਸ਼ੁਰੂ ਕੀਤਾ ਹਰ ਇੱਕ ਨੂੰ। ਫਿਰ ਅਗਲੀ ਪੁਆਇੰਟ ਵਿੱਚ ਬਾਬਾ ਦੱਸ ਰਹੇ ਹਨ ਕਿ ਹਰ ਇੱਕ ਨੂੰ ਆਪਣੇ ਧਰਮ ਵਿੱਚ ਹੀ ਜਾਣਾ ਹੈ। ਕ੍ਰਿਸਚਨ ਧਰਮ ਦਾ ਨਿਕਲ ਕੇ ਫਿਰ ਦੇਵੀ ਦੇਵਤਾ ਧਰਮ ਵਿੱਚ ਆ ਨਾ ਸਕੇ, ਮੁਕਤੀ ਹੋ ਨਾ ਸਕੇ। ਹਾਂ, ਕੋਈ ਦੇਵੀ ਦੇਵਤਾ ਧਰਮ ਦਾ ਜੇ ਕੋਈ ਦੂਸਰੇ ਧਰਮ ਵਿੱਚ ਕਨਵਰਟ ਹੋਇਆ ਹੈ, ਪਰਿਵਰਤਨ ਹੋਇਆ ਹੈ, ਚਲਿਆ ਗਿਆ ਹੈ ਕ੍ਰਿਸਚਨ ਧਰਮ ਵਿੱਚ, ਤਾਂ ਉਹ ਲੌਟ ਕੇ ਫਿਰ ਵਾਪਸ ਦੇਵੀ ਦੇਵਤਾ ਧਰਮ ਵਿੱਚ ਆ ਜਾਏਗਾ, ਕਿਉਂਕਿ ਉਸ ਧਰਮ ਦੀ ਆਤਮਾ ਹੈ। ਉਸ ਨੂੰ ਇਹ ਗਿਆਨ ਅਤੇ ਯੋਗ ਬਹੁਤ ਵਧੀਆ ਲੱਗੇਗਾ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਆਪਣੇ ਧਰਮ ਦਾ ਹੈ। ਇਸ ਵਿੱਚ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ, ਸਮਝਣ ਦੀ ਅਤੇ ਸਮਝਾਉਣ ਦੀ। ਧਾਰਨਾ ਕਰਨੀ ਹੈ, ਕਿਤਾਬ ਪੜ੍ਹ ਕੇ ਨਹੀਂ ਸੁਣਾਉਣੀ ਹੈ। ਜਿਵੇਂ ਕੋਈ ਗੀਤਾ ਸੁਣਾਉਂਦੇ ਹਨ, ਮਨੁੱਖ ਬੈਠ ਕੇ ਸੁਣਦੇ ਹਨ, ਤਾਂ ਕੋਈ ਤਾਂ ਗੀਤਾ ਦੇ ਸ਼ਲੋਕ ਇੱਕਦਮ ਕੰਠ ਕਰ ਲੈਂਦੇ ਹਨ, ਯਾਦ ਕਰ ਲੈਂਦੇ ਹਨ। ਬਾਕੀ ਤਾਂ ਇਸ ਦਾ ਅਰਥ ਹਰ ਇੱਕ ਆਪਣਾ ਆਪਣਾ ਬੈਠ ਕੇ ਹੀ ਸਿਖਾਉਂਦੇ ਹਨ। ਇਹ ਤਾਂ ਕੋਈ ਸੰਸਕ੍ਰਿਤ ਦੇ ਸ਼ਲੋਕ ਨਹੀਂ ਹਨ ਨਾ, ਤਾਂ ਬਾਬਾ ਤਾਂ ਸਿੰਪਲ ਭਾਸ਼ਾ ਵਿੱਚ ਸਮਝਾ ਰਹੇ ਹਨ। ਬਾਬਾ ਨੇ ਸਮਝਾਇਆ, ਮੈਂ ਤੁਹਾਡਾ ਬਾਪ ਵੀ ਹਾਂ, ਗਿਆਨ ਦਾ ਸਾਗਰ ਵੀ ਹਾਂ। ਇਹ ਤਾਂ ਬਹੁਤ ਉੱਚੇ ਤੇ ਉੱਚਾ ਗਿਆਨ ਹੈ, ਜਿਸ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਸਾਡਾ ਬਾਪ ਸੁਪਰੀਮ ਹੈ, ਸਤ ਵੀ ਬਾਪ ਹੈ, ਸਤ ਟੀਚਰ ਹੈ, ਔਰ ਸਤ ਸੁਣਾਉਂਦੇ ਹਨ। ਬੇਹੱਦ ਦੀ ਸਿੱਖਿਆ ਦਿੰਦੇ ਹਨ, ਬੇਹੱਦ ਦਾ ਗੁਰੂ ਹੈ, ਸਾਰਿਆਂ ਦੀ ਸਦਗਤੀ ਕਰਦੇ ਹਨ। ਤਾਂ ਇੱਕ ਦੀ ਮਹਿਮਾ ਕੀਤੀ
ਤਾਂ ਉਹ ਮਹਿਮਾ ਫਿਰ ਦੂਸਰੇ ਦੀ ਨਹੀਂ ਹੋ ਸਕਦੀ, ਉਹ ਫਿਰ ਆਪ ਸਮਾਨ ਬਣਾਏ ਫਿਰ ਹੋ ਸਕਦੀ। ਤਾਂ ਤੁਸੀਂ ਵੀ ਪਤਿਤ ਪਾਵਨ ਠਹਿਰੇ। ਸਤਨਾਮ ਲਿਖਦੇ ਹਨ, ਪਤਿਤ ਪਾਵਨੀਆਂ ਗੰਗਾਵਾਂ, ਗੰਗਾਵਾਂ ਇਹ ਮਾਤਾਵਾਂ ਹਨ। शिव शक्ति कहो, शिव वंशी कहो, शिव वंशी ब्रह्मा कुमार, ब्रह्मा कुमारियां। शिव वंशी ਤਾਂ ਸਾਰੇ ਹਨ ਨਾ, ਸਾਰੇ शिव बाबा ਦੇ ਬੱਚੇ ਹਨ। ਬਾਕੀ ਬ੍ਰਹਮਾ ਦੁਆਰਾ ਰਚਨਾ ਰਚਦੇ ਹਨ ਤਾਂ ਸੰਗਮ ਉੱਤੇ ਹੀ ਬ੍ਰਹਮਾ ਕੁਮਾਰ ਕੁਮਾਰੀਆਂ ਹੁੰਦੇ ਹਨ। ਬ੍ਰਹਮਾ ਦੁਆਰਾ ਐਡਾਪਟ ਕਰਦੇ ਹਨ, ਪਹਿਲਾਂ ਹੁੰਦੇ ਹਨ ਬ੍ਰਹਮਾ ਕੁਮਾਰ ਕੁਮਾਰੀਆਂ। ਕੋਈ ਵੀ ਜੇ ਇਤਰਾਜ਼ ਉਠਾਉਂਦੇ ਹਨ, ਮਨਾ ਕੋਈ ਇਤਰਾਜ਼ ਕਰਦਾ ਤਾਂ ਉਸ ਨੂੰ ਦੱਸੋ ਕਿ ਪ੍ਰਜਾਪਿਤਾ ਹੈ, ਇਸ ਵਿੱਚ ਪ੍ਰਵੇਸ਼ ਕਰਦੇ ਹਨ। ਬਾਬਾ ਕਹਿੰਦੇ ਹਨ ਬਹੁਤ ਜਨਮਾਂ ਦੇ ਅੰਤ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਜਿਵੇਂ ਦਿਖਾਉਂਦੇ ਬ੍ਰਹਮਾ ਦੀ ਨਾਭੀ ਤੋਂ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ। ਅੱਛਾ, ਵਿਸ਼ਨੂੰ ਫਿਰ ਕਿਸ ਦੀ ਨਾਭੀ ਤੋਂ ਨਿਕਲਿਆ? ਬਾਬਾ ਕਹਿੰਦੇ ਉਸ ਦੇ ਵਿੱਚ ਵੀ ਐਰੋ ਦਾ ਨਿਸ਼ਾਨ ਦੇ ਸਕਦੇ ਹੋ ਕਿ ਦੋਨੋਂ ਓਤ-ਪ੍ਰੋਤ ਹਨ। ਓਤ-ਪ੍ਰੋਤ ਮਨਾ ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਬਣਦੇ ਹਨ। ਇਹ ਇਹ ਉਸ ਤੋਂ ਹੀ ਪੈਦਾ ਹੋਇਆ। ਇਸ ਤੋਂ ਲੱਗਦਾ ਹੈ 1 ਸੈਕਿੰਡ, ਇਸ ਨੂੰ ਸਮਝਾਉਣ 'ਚ ਲੱਗਦਾ ਹੈ ਬਾਬਾ ਕਹਿੰਦੇ 1 ਸੈਕਿੰਡ ਸਮਝ 'ਚ ਆ ਜਾਵੇ ਕਿ ਬ੍ਰਹਮਾ ਹੀ ਵਿਸ਼ਨੂੰ ਬਣਦੇ ਔਰ ਵਿਸ਼ਨੂੰ ਹੀ ਬ੍ਰਹਮਾ ਬਣਦੇ ਤਾਂ ਬਾਬਾ ਕਹਿੰਦੇ ਇਸ ਨੂੰ ਲੱਗਦਾ 1 ਸਕਿੰਟ, ਉਹਨਾਂ ਨੂੰ ਲੱਗਦਾ 5000 ਸਾਲ। ਬਾਬਾ ਦੱਸ ਰਹੇ ਹਨ ਕਿ ਬ੍ਰਹਮਾ ਤੋਂ ਵਿਸ਼ਨੂੰ ਬਣਨ ਨੂੰ 1 ਸੈਕਿੰਡ, ਵਿਸ਼ਨੂੰ ਤੋਂ ਬ੍ਰਹਮਾ ਬਣਨ ਨੂੰ 5000 ਸਾਲ। ਤਾਂ ਇਹ ਬੜੀਆਂ ਹੈਰਾਨੀ ਵਾਲੀਆਂ ਗੱਲਾਂ ਹਨ। ਅੱਛਾ, ਬਾਬਾ ਕਹਿੰਦੇ ਮੁੱਖ ਗੱਲ ਤਾਂ ਹੈ ਹੀ ਸਾਰਿਆਂ ਨੂੰ ਬਾਪ ਦੀ ਪਛਾਣ ਦੇਣੀ ਹੈ। ਫਿਰ ਬਾਬਾ ਨੇ ਯਾਦ ਪਿਆਰ ਦਿੱਤਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ, ਪਹਿਲਾ ਹੈ ਕਰਮ ਅਕਰਮ ਵਿਕਰਮ ਦੀ ਗਤੀ ਬੜੀ ਗਹਿਰੀ ਹੈ ਔਰ ਗਹਿਰੀ ਗਤੀ ਨੂੰ ਬੁੱਧੀ ਵਿੱਚ ਰੱਖ। ਹੁਣ ਕੋਈ ਵੀ ਵਿਕਰਮ ਨਹੀਂ ਕਰਨੇ ਹਨ, ਗਿਆਨ ਅਤੇ ਯੋਗ ਦੀ ਧਾਰਨਾ ਕਰਕੇ ਦੂਜਿਆਂ ਨੂੰ ਸੁਣਾਉਣਾ ਹੈ। ਦੂਸਰਾ ਹੈ ਸਤ ਬਾਪ ਦੀ ਸਤ ਨੌਲੇਜ ਦੇ ਕੇ ਮਨੁੱਖਾਂ ਨੂੰ ਦੇਵਤਾ ਬਣਾਉਣ ਦੀ ਸੇਵਾ ਕਰਨੀ ਹੈ। ਵਿਕਾਰਾਂ ਦੀ ਦਲਦਲ ਤੋਂ ਸਾਰਿਆਂ ਨੂੰ ਕੱਢਣਾ ਹੈ। ਫਿਰ ਬਾਬਾ ਨੇ ਵਰਦਾਨ ਦਿੱਤਾ, ਆਪਣੀ ਪਾਵਰਫੁਲ ਸਥਿਤੀ ਦੁਆਰਾ ਮਨਸਾ ਸੇਵਾ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਸਵੈ ਅਭਿਆਸੀ ਭਵ। ਅੱਗੇ ਬਾਬਾ ਨੇ ਕਿਹਾ, ਵਿਸ਼ਵ ਨੂੰ ਲਾਈਟ ਅਤੇ ਮਾਈਟ ਦਾ ਵਰਦਾਨ ਦੇਣ ਦੇ ਲਈ ਅੰਮ੍ਰਿਤ ਵੇਲੇ ਯਾਦ ਦੇ ਵਿੱਚ ਖੁਦ ਅਭਿਆਸ ਦੁਆਰਾ ਮਨਾ ਸਵੈ ਦੇ ਅਭਿਆਸ ਦੁਆਰਾ ਬਾਬਾ ਕਹਿੰਦੇ ਪਾਵਰਫੁਲ ਵਾਯੂਮੰਡਲ ਬਣਾਓ, ਫਿਰ ਮਨਸਾ ਸੇਵਾ ਦਾ ਸਰਟੀਫਿਕੇਟ ਪ੍ਰਾਪਤ ਹੋਵੇਗਾ। ਅੰਤਿਮ ਸਮੇਂ ਵਿੱਚ ਮਨਸਾ ਦੁਆਰਾ ਹੀ ਨਜ਼ਰ ਤੋਂ ਨਿਹਾਲ ਕਰਨ ਦੀ, ਆਪਣੀ ਵ੍ਰਿਤੀ ਦੁਆਰਾ ਉਹਨਾਂ ਦੀਆਂ ਵ੍ਰਿਤੀਆਂ ਨੂੰ ਬਦਲਣ ਦੀ ਸੇਵਾ ਕਰਨੀ ਹੈ। ਆਪਣੀ ਸ੍ਰੇਸ਼ਟ ਸਮ੍ਰਿਤੀ ਨਾਲ ਸਾਰਿਆਂ ਨੂੰ ਸਮਰੱਥ ਬਣਾਉਣਾ ਹੈ। ਜਦੋਂ ਇਹੋ ਜਿਹੀ ਲਾਈਟ ਮਾਈਟ ਦਾ ਦੇਣ ਦਾ ਅਭਿਆਸ ਹੋਵੇਗਾ ਤਾਂ ਨਿਰਵਿਘਨ ਵਾਯੂਮੰਡਲ ਬਣੇਗਾ ਅਤੇ ਇਹ ਕਿਲਾ ਮਜ਼ਬੂਤ ਹੋਵੇਗਾ। ਸਲੋਗਨ ਹੈ, ਸਮਝਦਾਰ ਉਹ ਹੈ ਜੋ ਮਨਸਾ ਵਾਚਾ ਕਰਮਣਾ ਤਿੰਨੋਂ ਸੇਵਾਵਾਂ ਨਾਲ ਨਾਲ ਕਰਦੇ ਹਨ। ਅੱਛਾ, ਓਮ ਸ਼ਾਂਤੀ।